ਸਾਰਿਆਂ ਨੂੰ ਹੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ ਐਸਓਪੀ ਦੀ, ਸਟੇਟਮੈਂਟ ਆਫ ਪਰਪਸ। ਲੈਟਰ ਆਫ ਇੰਟੈਂਟ ਵੀ ਕਹਿ ਦਿੰਦੇ ਆ ਕਈ ਲੋਕ, ਪਰ ਐਸਓਪੀ ਹੀ ਚੱਲਦਾ ਵਾ ਜਦੋਂ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਆ, ਜਿਹੜੇ ਇੰਡੀਆ ਤੋਂ ਬੱਚੇ ਪੜ੍ਹਨ ਆਉਂਦੇ ਆ ਕੈਨੇਡਾ ਵਾਸਤੇ। ਇਹ ਵੀਡੀਓ ਬਣਾਉਣ ਦਾ ਮੇਨ ਕਾਰਨ ਇਹ ਆ ਵੀ ਬਹੁਤੇ ਲੋਕ ਆਪਣੀ ਐਸਓਪੀ ਆਪ ਨਹੀਂ ਲਿਖਦੇ ਆ, ਕਿ ਜਿਵੇਂ ਇੰਡੀਆ ਦੇ ਵਿੱਚ ਟ੍ਰੈਂਡ ਆ ਵੀ ਏਜੰਟ ਦੇ ਥਰੂ ਫਾਈਲ ਆਉਂਦੇ ਆ, ਉਹਨਾਂ ਕੋਲੇ ਮੋਸਟਲੀ ਸੈਂਪਲ ਪਏ ਹੁੰਦੇ ਐਸਓਪੀ ਦੇ, ਉਹਦੇ ਵਿੱਚ ਉਹ ਤੁਹਾਡਾ ਡੇਟਾ ਫੀਡ ਕਰਕੇ ਉਹ ਭੇਜ ਦਿੰਦੇ ਆ। ਤੇ ਵੀਜ਼ਾ ਰਿਜੈਕਟ ਹੋਣ ਦਾ ਇੱਕ ਕਾਰਨ ਇਹ ਵੀ ਹੁੰਦਾ ਵੀ ਤੁਹਾਡੀ ਐਸਓਪੀ ਗਲਤ ਲਿਖੀ ਹੋਈ ਆ। ਦੋ ਚੀਜ਼ਾਂ ਮਤਲਬ ਦੋ ਤਿੰਨ ਰੀਜ਼ਨ ਹੈ ਜਿਨ੍ਹਾਂ ਕਰਕੇ ਮੇਨ ਰਿਜੈਕਸ਼ਨ ਆਉਂਦੀ ਹੈ। ਇੱਕ ਤਾਂ ਹੁੰਦਾ ਵੀ ਜੇ ਐਸਓਪੀ ਦੇ ਵਿੱਚ ਤੁਹਾਡੇ ਫਾਈਨੈਂਸਿਸ ਸਹੀ ਤਰੀਕੇ ਨਾਲ ਐਕਸਪਲੇਨ ਨਾ ਕੀਤੇ ਹੋਣ, ਵੀ ਤੁਸੀਂ ਆਪਣੀ ਉਰੇ ਫੀਸ ਕਿਵੇਂ ਅਫੋਰਡ ਕਰ ਸਕਦੇ ਹੋ। ਜਿਹੜਾ ਦੂਜਾ ਮੇਨ ਕਾਰਨ ਆ ਵੀ ਜਦੋਂ ਤੁਹਾਡਾ ਕੈਨੇਡਾ ਦੇ ਵਿੱਚ ਕੋਰਸ ਹੋ ਗਿਆ, ਤੁਸੀਂ ਉਹਦੇ ਵਿੱਚ ਆਪਣੇ ਫਿਊਚਰ ਗੋਲਸ ਲਿਖਣੇ ਹੁੰਦੇ ਐਸਓਪੀ ਦੇ ਵਿੱਚ। ਜੇ ਤੁਸੀਂ ਐਂ ਲਿਖਦਾ ਵੀ ਮੈਂ ਕੈਨੇਡਾ ਦੇ ਵਿੱਚ ਆ ਜੌਬ ਕਰੂੰਗਾ, ਐਂ ਕਰੂੰਗਾ, ਨਹੀਂ। ਐਸਓਪੀ ਦੇ ਵਿੱਚ ਆਪਾਂ ਇਹ ਲਿਖਣਾ ਹੁੰਦਾ ਵਾ, ਵੀਜ਼ਾ ਆਫਿਸਰ ਨੂੰ ਆਪਾਂ ਇਹ ਯਕੀਨ ਦਿਲਾਉਣਾ ਹੁੰਦਾ ਵਾ ਵੀ ਅਸੀਂ ਪੜ੍ਹ ਲਿਖ ਕੇ ਦੁਬਾਰਾ ਇੰਡੀਆ ਵਾਪਸ ਆਵਾਂਗੇ ਤੇ ਅਸੀਂ ਇਹ ਸਟਰੀਮ ਦੇ ਵਿੱਚ ਕੰਮ ਕਰਾਂਗੇ। ਇਹ ਲਾਜ਼ਮੀ ਤੁਸੀਂ ਲਿਖਣਾ ਹੀ ਹੁੰਦਾ ਵਾ ਵੀ ਮੈਂ ਤਾਂ ਪੱਕਾ ਉੱਥੇ ਪੜ੍ਹ ਲਿਖ ਕੇ ਵਧੀਆ ਐਜੂਕੇਸ਼ਨ ਉੱਥੋਂ ਪ੍ਰਾਪਤ ਕਰਕੇ ਵਾਪਸ ਆ ਕੇ ਇੰਡੀਆ ਦੇ ਵਿੱਚ ਕੰਮ ਕਰੂੰਗਾ ਜਾਂ ਇੰਡੀਆ ਦੇ ਵਿੱਚ ਬਿਜ਼ਨਸ ਕਰੂੰਗਾ। ਜਿਹੜੇ ਬੱਚੇ ਨਹੀਂ ਲਿਖਦੇ ਉਹਨਾਂ ਦੇ ਵੀਜ਼ਾ ਰਿਜੈਕਟ ਹੋਣ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ, ਕਿਉਂਕਿ ਐਸਓਪੀ ਹੀ ਇੱਕ ਅਜਿਹਾ ਡਾਕੂਮੈਂਟ ਆ ਜਦੋਂ ਉਹਨਾਂ ਨੇ ਪੜ੍ਹਨਾ ਉਹਨੂੰ ਤੁਹਾਡੀ ਸਾਰੀ ਜੀਵਨ ਕਥਾ ਪਤਾ ਲੱਗ ਜਾਣੀ ਆ ਵੀ ਇਹ ਕੈਨੇਡਾ ਆ ਰਿਹਾ, ਕੀ ਪੜ੍ਹਨ ਆ ਰਿਹਾ, ਕਾਹਤੇ ਆ ਰਿਹਾ ਵਾ। ਸੋ ਜਿਹੜੇ ਵੀ ਤੁਸੀਂ ਏਜੰਟ ਤੋਂ ਫਾਈਲ ਲਾ ਰਹੇ ਹੋ ਜਾਂ ਆਪਣੇ ਆਪ ਫਾਈਲ ਲਾ ਰਹੇ ਹੋ ਹਨਾ, ਐਸਓਪੀ ਜ਼ਰੂਰ ਉਹਨਾਂ ਤੋਂ ਇੱਕ ਵਾਰੀ ਲੈ ਕੇ ਤੁਸੀਂ ਪੜ੍ਹੋ। ਜੇ ਆਪ ਤੁਸੀਂ ਐਸਓਪੀ ਲਿਖੀ ਆ ਤਾਂ ਉਹਨੂੰ ਕਿਤੋਂ ਜ਼ਰੂਰ ਚੈੱਕ ਜ਼ਰੂਰ ਕਰਵਾ ਲਓ, ਕਿਸੇ ਨੂੰ ਰੈਫਰ ਕਰ ਲਓ ਵੀ ਗ੍ਰਾਮਰ ਮਿਸਟੇਕ ਤਾਂ ਨਹੀਂ ਹੈਗੀ, ਇਹ ਐਸਓਪੀ ਠੀਕ ਹੈ, ਇਹਦੇ ਵਿੱਚ ਕੋਈ ਚੀਜ਼ ਤਾਂ ਨਹੀਂ ਮਿਸਿੰਗ ਹੈਗੀ। ਜੇ ਤੁਹਾਡਾ ਕੋਈ ਏਜੰਟ ਲਾ ਰਿਹਾ ਉਹ ਇੱਕ ਵਾਰੀ ਤੁਸੀਂ ਜ਼ਰੂਰ ਪੜ੍ਹੋ। ਐਸਓਪੀ ਦੀ ਮੈਂ ਤੁਹਾਨੂੰ ਮੇਨ ਸਟਰਕਚਰ ਦੱਸ ਦਿੰਦਾ ਵਾ, ਇਹ ਕੈਸੇ ਤਰੀਕੇ ਦੇ ਨਾਲ ਹੁੰਦੀ ਹੈ। ਇਹਦੇ ਵਿੱਚ ਤੁਸੀਂ ਆਪਣੀ ਇੰਟਰੋਡਕਸ਼ਨ ਦੇਣੀ ਆ, ਉਹਦੇ ਵਿੱਚ ਤੁਸੀਂ ਆਪਣੀ ਫਿਰ ਐਜੂਕੇਸ਼ਨ ਦੱਸਣੀ ਆ, ਜੇ ਤੁਹਾਡਾ ਕੋਈ ਵਰਕ ਐਕਸਪੀਰੀਅੰਸ ਆ ਤੁਸੀਂ ਉਹ ਦੱਸਣਾ ਵਾ, ਫਿਰ ਤੁਸੀਂ ਦੱਸਣਾ ਵਾ ਵੀ ਤੁਸੀਂ ਕਿਹੜਾ ਕਾਲਜ ਚੁਣਿਆ ਵਾ, ਉਹ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚੋਂ ਕਿਹੜਾ ਕੋਰਸ ਚੁਣਿਆ ਵਾ ਤੇ ਕਿਉਂ ਤੁਸੀਂ ਉਹ ਕੋਰਸ ਚੁਣ ਰਹੇ ਹੋ। ਉਹਦੇ ਵਿੱਚ ਤੁਸੀਂ ਰੀਜ਼ਨ ਦੱਸਣੇ ਹੁੰਦੇ, ਭਾਈ ਮੈਂ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਰਸਿਸ ਕਰਨਾ ਚਾਹੁੰਦਾ ਜਾਂ ਮੈਂ ਆਹ ਪ੍ਰੋਫੈਸਰ ਤੋਂ ਪੜ੍ਹਨਾ ਚਾਹੁੰਦਾ ਵਾ। ਫਿਰ ਤੁਸੀਂ ਇਹ ਵੀ ਜ਼ਰੂਰ ਦੱਸਣਾ ਹੁੰਦਾ ਵੀ ਤੁਸੀਂ ਕੈਨੇਡਾ ਹੀ ਕਿਉਂ ਚੁਣਿਆ। ਬਹੁਤ ਸਾਰੇ ਆਪਸ਼ਨ, ਤੁਸੀਂ ਯੂਕੇ ਵਿੱਚ ਜਾ ਕੇ ਪੜ੍ਹ ਸਕਦੇ ਹੋ, ਆਪਣੇ ਦੇਸ਼ ਪੜ੍ਹ ਸਕਦੇ ਹੋ। ਉਹ ਦੱਸਣਾ ਹੁੰਦਾ ਵੀ ਜਿਵੇਂ ਮਲਟੀ ਕਲਚਰਲ ਆ ਕੈਨੇਡਾ ਹੈ ਨਾ, ਉਹ ਚੀਜ਼ਾਂ ਦੱਸਣੀਆਂ ਹੁੰਦੀਆਂ ਤੁਸੀਂ ਵੀ ਮੈਂ ਕੈਨੇਡਾ ਹੀ ਕਾਹਤੇ ਚੁਣਿਆ ਵਾ ਆਪਣੀ ਫਰਦਰ ਐਜੂਕੇਸ਼ਨ ਵਾਸਤੇ। ਹੁਣ ਕੈਨੇਡਾ ਵਿੱਚ ਪੜ੍ਹਨ ਵਾਸਤੇ ਬਹੁਤ ਸਾਰੇ ਪੈਸੇ ਚਾਹੀਦੇ ਆ। ਸੋ ਐਸਓਪੀ ਦੇ ਵਿੱਚ ਬਹੁਤ ਲੋਕੀ ਆਪਣਾ ਫਾਈਨੈਂਸ਼ੀਅਲ ਵੀ ਸਾਰਾ ਦੱਸਦੇ ਆ, ਭਾਈ ਮੈਂ ਲੋਨ ਲਿਆ ਵਾ ਜਾਂ ਮੇਰੇ ਡੈਡੀ ਫੰਡ ਕਰ ਰਹੇ ਨੇ, ਮੈਨੂੰ ਸਾਰਾ ਡੈਡੀ ਸਪਾਂਸਰ ਕਰਨਗੇ ਮੇਰੀ ਸਟੱਡੀ। ਸੋ ਸਾਰੀਆਂ ਚੀਜ਼ਾਂ ਵੀ ਆਪਾਂ ਦੱਸਣੀਆਂ ਹੁੰਦੀਆਂ। ਜਾਂ ਆਪਾਂ ਕਈ ਵਾਰ ਜ਼ਮੀਨ ਦੇ ਕਾਗਜ਼ ਨਹੀਂ ਦਿਖਾਉਂਦੇ ਹੁੰਦੇ, ਸਾਰਾ ਕੁਝ ਵੀ ਇਹਨਾਂ ਦੀ ਪ੍ਰੋਪਰਟੀ ਵੈਲੂਏਸ਼ਨ ਕੀ ਆ ਉਹ ਸਾਰਾ ਕੁਝ ਉਹ ਆਪਾਂ ਫਾਈਲ ਦੇ ਨਾਲ ਲਾਉਂਦੇ ਹਾਂ, ਉਹ ਇਹਦੇ ਵਿੱਚ ਮੈਂਸ਼ਨ ਕਰ ਦੇਵੇ। ਤੇ ਉਸ ਤੋਂ ਬਾਅਦ ਜਿਹੜਾ ਬਹੁਤ ਇੰਪੋਰਟੈਂਟ ਆ, ਤੁਸੀਂ ਦੱਸਣਾ ਹੁੰਦਾ ਵੀ ਤੁਸੀਂ ਪੜ੍ਹਾਈ ਕਰਕੇ ਤੁਹਾਡਾ ਫਿਊਚਰ ਸਕੋਪ ਕੀ ਆ, ਤੁਸੀਂ ਕੀ ਸੋਚਦੇ ਹੋ। ਤੁਸੀਂ ਉਹਦੇ ਵਿੱਚ ਦੱਸਣਾ ਹੁੰਦਾ ਮੈਂ ਇੰਡੀਆ ਵਾਪਸ ਆ ਰਿਹਾ ਜਾਂ ਮੈਂ ਕਿੱਦਾਂ ਪੜ੍ਹਾਈ ਕਰਕੇ ਮੇਰੇ ਨੈਕਸਟ ਗੋਲਸ ਕੀ ਨੇ। ਇਹ ਸਾਰਾ ਕੁਝ ਇਮੀਗ੍ਰੇਸ਼ਨ ਆਫਿਸਰ ਪੜ੍ਹਦਾ ਵਾ। ਐਂਡ ਤੇ ਤੁਸੀਂ ਇਹਨੂੰ ਕਨਕਲੂਡ ਵੀ ਕਰ ਸਕਦੇ ਹੋ, ਭਾਈ ਮੈਂ ਇਹ ਵਾਲਾ ਕਾਲਜ ਕੈਨੇਡਾ ਦੇ ਵਿੱਚ ਆਹ ਵਾਲਾ ਕੋਰਸ ਕਾਹਤੇ ਲਿਆ ਸੀਗਾ, ਮੇਰੀ ਪੁਰਾਣੀ ਐਜੂਕੇਸ਼ਨ ਇਹਦੇ ਨਾਲ ਕਿਵੇਂ ਰਿਲੇਟ ਕਰਦੀ ਆ। ਸੋ ਜਿਹੜੀ ਵੀ ਤੁਹਾਡੀ ਸਥਿਤੀ ਆ ਸਾਰੀ ਉਹ ਤੁਸੀਂ ਐਸਓਪੀ ਦੇ ਵਿੱਚ ਐਕਸਪਲੇਨ ਕਰਨੀ ਹੁੰਦੀ ਆ। ਤੇ ਜਿਹੜਾ ਮੈਂ ਤੁਹਾਨੂੰ ਫਾਰਮੈਟ ਦੱਸਿਆ ਇੱਦਾਂ ਹੀ ਨਹੀਂ ਹੈਗਾ ਵੀ ਇਹੀ ਫਾਰਮੈਟ ਆ, ਤੁਸੀਂ ਆਪਣਾ ਕ੍ਰੀਏਟਿਵ ਹੋ ਸਕਦੇ ਹੋ। ਤੁਹਾਡੀ ਐਪਲੀਕੇਸ਼ਨ ਮਤਲਬ ਡਿਫਰੈਂਟ ਦਿਖਣੀ ਚਾਹੀਦੀ ਹੈ ਉਹਨਾਂ ਨੂੰ, ਇੱਕ ਤਰੀਕੇ ਦੀ ਆਈ ਨਹੀਂ ਵੀ ਸੇਮ ਹੀ ਨਾ ਹੋਵੇ। ਮੈਂ ਤੁਹਾਨੂੰ ਅੱਜ ਇੱਕ ਐਸਓਪੀ ਦਿਖਾਊਂਗਾ, ਪਰ ਉਹ ਵਾਲੀ ਜਿਹੜੀ ਐਸਓਪੀ ਆ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਸੀਗਾ, ਮੈਂ 5-6 ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਸੀ, ਸਿਰਫ ਮੈਨੂੰ ਇੱਕ 'ਚ ਐਡਮਿਸ਼ਨ ਨਹੀਂ ਮਿਲੀ ਸੀਗੀ ਕਿਉਂਕਿ ਮੇਰੀ ਡੈਡਲਾਈਨ ਕ੍ਰਾਸ ਹੋ ਗਈ ਸੀਗੀ। ਪਰ ਜਿਹੜੀ ਮੈਂ ਆਪਣੀ ਐਸਓਪੀ ਖੁਦ ਹੀ ਲਿਖੀ ਸੀ, ਮੈਂ ਕਿਤੇ ਏਜੰਟ ਤੋਂ ਫਾਈਲ ਨਹੀਂ ਲਵਾਈ ਸੀਗੀ, ਮੈਨੂੰ ਆਪਣੇ ਤੇ ਸੀਗਾ ਵੀ ਮੈਂ ਚਲੋ ਆਪਣੇ ਆਪ ਹੀ ਸਾਰਾ ਮੈਂ ਇਕੱਲੀ ਯੂਨੀਵਰਸਿਟੀ ਦੇ ਵਿੱਚ ਆਪ ਹੀ ਅਪਲਾਈ ਕੀਤਾ ਸੀ, ਆਪ ਹੀ ਐਡਮਿਸ਼ਨ ਲਈ ਸੀ, ਆਪ ਹੀ ਮੈਂ ਆਪਣਾ ਸਟੂਡੈਂਟ ਵੀਜ਼ਾ ਜਿਹੜਾ ਸਟੱਡੀ ਵੀਜ਼ਾ ਹੁੰਦਾ ਉਹ ਵਾਲਾ ਲਾਤਾ ਸੀਗਾ। ਇਸ ਕਰਕੇ ਮੈਂ ਤੁਹਾਨੂੰ ਇਹ ਵੀਡੀਓ 'ਚ ਦਿਖਾਊਂਗਾ, ਪਰ ਉਹਨੂੰ ਤੁਸੀਂ ਕਾਪੀ ਨਾ ਕਰਿਓ ਜਮਾ ਵੀ, ਹੈ ਨਾ। ਉਹ ਤੋਂ ਤੁਸੀਂ ਆਈਡੀਆ ਜ਼ਰੂਰ ਲੈ ਸਕਦੇ ਹੋ। ਮੈਂ ਹਰੇਕ ਯੂਨੀਵਰਸਿਟੀ ਵਾਸਤੇ ਡਿਫਰੈਂਟ ਐਸਓਪੀ ਬਣਾਈ ਸੀਗੀ, ਹਰੇਕ ਯੂਨੀਵਰਸਿਟੀ। ਕਿਉਂ? ਉਹ ਮੈਂ ਤੁਹਾਨੂੰ ਜਦੋਂ ਐਸਓਪੀ ਦਿਖਾਊਂਗਾ ਆਪਣੀ ਉਹ ਵਾਲਾ ਦੱਸੂਗਾ। ਸੋ ਤੁਸੀਂ ਉਹਨੂੰ ਕਾਪੀ ਨਾ ਕਰਿਓ, ਮੈਂ ਤੁਹਾਨੂੰ ਸਿਰਫ ਵੈਸੇ ਹੀ ਐਜੂਕੇਸ਼ਨ ਪਰਪਸ ਵਾਸਤੇ ਦੱਸ ਰਿਹਾ ਵਾਂ। ਉਹ ਵੀ ਇਹ ਐਸਓਪੀ ਨਾ ਮੈਨੂੰ ਲੇਟੈਸਟ ਫਿਰ ਕਿਸੇ ਮੁੰਡੇ ਨੇ ਮੰਗੀ ਆ। ਮੈਂ ਬਥੇਰਿਆਂ ਨੂੰ ਐਸਓਪੀ ਆਪਣੀ ਦਿਖਾਉਣਾ ਹੁੰਦਾ ਬਈ ਇੱਦਾਂ ਮੈਂ ਬਣਾਈ ਸੀ, ਇੱਦਾਂ ਮੈਂ ਬਣਾਈ ਸੀਗੀ, ਹੈ ਨਾ। ਕਿਉਂਕਿ ਮੈਂ ਨਹੀਂ ਕਹਿੰਦਾ ਮੈਂ ਬੈਸਟ ਆ, ਮੈਂ ਤਾਂ ਜਮਾਂ ਹੀ ਐਵਰੇਜ ਸੀਗਾ। ਮੈਨੂੰ ਵੀ ਡਰ ਸੀਗਾ ਵੀ ਮੇਰੀ ਐਸਓਪੀ ਅਪਰੂਵ ਹੋਊਗੀ ਜਾਂ ਸਹੀ ਵੀ ਹੈਗੀ। ਮੈਂ ਤਾਂ ਕਿਸੇ ਨੂੰ ਦਿਖਾਇਆ ਵੀ ਨਹੀਂ ਸੀ, ਮੈਂ ਸਿੱਧਾ ਅਪਲਾਈ ਕਰਤਾ ਸੀਗਾ। ਪਰ ਹਰੇਕ ਯੂਨੀਵਰਸਿਟੀ ਵਿੱਚੋਂ ਮੈਨੂੰ ਪੋਜ਼ੀਟਿਵ ਰਿਸਪੌਂਸ ਆਇਆ ਸੀਗਾ। ਹਰੇਕ ਯੂਨੀਵਰਸਿਟੀ ਜਿਹਦੀ ਅਲੱਗ-ਅਲੱਗ ਰਿਕੁਆਇਰਮੈਂਟ ਹੁੰਦੀ ਹੈ। ਜਦੋਂ ਮੈਂ ਮਾਸਟਰ ਡਿਗਰੀ ਵਾਸਤੇ ਅਪਲਾਈ ਕੀਤਾ ਸੀਗਾ ਤਾਂ ਮੇਰੇ ਤੋਂ ਯੂਨੀਵਰਸਿਟੀ ਨੇ ਹੋਰ ਵੀ ਚੀਜ਼ਾਂ ਮੰਗੀਆਂ ਸੀਗੀਆਂ। ਤੂੰ ਮੈਨੂੰ ਕਹਿੰਦੇ ਸੀ ਵੀ ਲੈਟਰ ਆਫ ਰੈਕਮੈਂਡੇਸ਼ਨ ਭੇਜੋ, ਤੁਹਾਡੇ ਪ੍ਰੋਫੈਸਰ ਦਾ ਲੈਟਰ ਹੈ ਨਾ, ਸਿੱਧਾ ਯੂਨੀਵਰਸਿਟੀ ਨੂੰ ਜਾਣਾ ਚਾਹੀਦਾ ਵਾ। ਫਿਰ ਉਹ ਕਹਿੰਦੇ ਸੀਗੇ ਵੀ ਜੇ ਤੁਸੀਂ ਕਿਤੇ ਕੰਮ ਕੀਤਾ ਵਾ, ਤੁਸੀਂ ਇੰਪਲੋਈ ਸੀਗੇ ਉੱਥੇ, ਚਾਹੇ ਤੁਹਾਡਾ ਸੁਪਰਵਾਈਜ਼ਰ ਹੋਵੇ, ਮੈਨੇਜਰ ਹੋਵੇ, ਟੀਮ ਲੀਡਰ ਹੋਵੇ, ਹੈ ਨਾ, ਉੱਥੋਂ ਇੱਕ ਰੈਫਰੈਂਸ ਲੈਟਰ ਚਾਹੀਦਾ ਵਾ ਵੀ ਬੰਦਾ ਕਿਵੇਂ ਦਾ ਕੰਮ ਕਰਦਾ ਸੀਗਾ, ਪੈਸ਼ਨੇਟ ਸੀਗਾ ਕਿ ਨਹੀਂ। ਫਿਰ ਯੂਨੀਵਰਸਿਟੀਆਂ ਰੈਜ਼ਿਊਮੇ ਵੀ ਮੰਗ ਲੈਂਦੀਆਂ ਨੇ, CV ਵੀ ਮੰਗ ਲੈਂਦੀਆਂ ਨੇ, ਹੋਰ ਬਥੇਰੀਆਂ ਚੀਜ਼ਾਂ ਨੇ। ਪਰ ਕਈ ਵਾਰੀ ਯੂਨੀਵਰਸਿਟੀ ਨਾ, ਜਦੋਂ ਆਪਾਂ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਅਪਲਾਈ ਕਰਦੇ ਆ ਐਡਮਿਸ਼ਨ ਵਾਸਤੇ, ਮੈਂ ਮਾਸਟਰ ਵਾਲੇ ਸਟੂਡੈਂਟਸ ਵਾਸਤੇ ਗੱਲ ਕਰ ਰਿਹਾ ਹਾਂ, ਕੋਈ ਯੂਨੀਵਰਸਿਟੀ ਹੈਗੀ ਜਿਹਦੇ ਵਿੱਚ ਆਇਲਸ ਦੀ ਲੋੜ ਨਹੀਂ ਹੁੰਦੀ। ਜੇ ਤੁਹਾਡੀ ਜਿਹੜੀ ਪੁਰਾਣੀ ਐਜੂਕੇਸ਼ਨ ਉਹ ਇੰਗਲਿਸ਼ ਦੇ ਵਿੱਚ ਹੈਗੀ ਆ ਨਾ, ਤੁਸੀਂ ਯੂਨੀਵਰਸਿਟੀ ਤੋਂ ਆਫਰ ਲੈਟਰ ਮੰਗਵਾ ਸਕਦੇ ਹੋ ਬਿਨਾਂ ਆਇਲਟਸ ਤੋਂ, ਕਿਉਂਕਿ ਉੱਥੇ ਜਿਹੜੀ ਲੈਂਗੁਏਜ ਹੁੰਦੀ ਹੈ ਨਾ ਰਿਕੁਆਇਰਮੈਂਟ, ਉਹ ਐਕਸੈਂਪਟ ਹੋ ਜਾਂਦੀ ਹੈ, ਐਕਸੈਂਪਸ਼ਨ ਹੁੰਦੀ ਹੈ, ਠੀਕ ਆ। ਪਰ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਵਾ ਕੈਨੇਡਾ ਦਾ, ਵੀਜ਼ਾ ਆਫਿਸਰ ਕੋਲ ਇਹ ਰਿਕੁਆਇਰਮੈਂਟ ਹੈਗੀ ਆ, ਭਾਈ ਇਹਦੇ ਆਇਲਸ 'ਚੋਂ ਇੰਨੇ ਬੈਂਡ ਹੋਣੇ ਚਾਹੀਦੇ ਆ, ਜਾਂ PT ਜਿਵੇਂ ਅੱਜ ਕੱਲ੍ਹ ਚੱਲਦਾ ਵਾ ਨਾ,
ਉੱਥੇ ਰਿਕੁਆਇਰਮੈਂਟ ਹੁੰਦੀ ਆ, ਪਰ ਯੂਨੀਵਰਸਿਟੀ ਤੋਂ ਆਫਰ ਲੈਟਰ ਲੈਣ ਲੱਗੇ ਤੁਹਾਡੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ ਕਈ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਤੁਹਾਡੀ ਪੜ੍ਹਾਈ ਜਿਹੜੀ ਪੁਰਾਣੀ ਆ ਬੈਚਲਰਸ ਦੀ ਆ ਜਾਂ ਕਿਵੇਂ ਆ ਉਹ ਇੰਗਲਿਸ਼ ਦੇ ਵਿੱਚ ਹੋਈ ਹੁੰਦੀ ਆ। ਸੋ ਹੁਣ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਤੁਹਾਨੂੰ ਉਹ SOP ਦਿਖਾਊਂਗਾ ਜਿਹੜੀਆਂ ਮੈਂ ਡਿਫਰੈਂਟ ਯੂਨੀਵਰਸਿਟੀ ਦੇ ਵਿੱਚ ਭੇਜੀਆਂ ਸੀ। ਮੇਰੇ ਕੋਲ ਇਹੀ ਮਿਲੀ ਆ, ਮੇਰੇ ਕੋਲ 5-6 SOP ਆ। ਮੈਂ ਹਰੇਕ ਯੂਨੀਵਰਸਿਟੀ ਵਾਸਤੇ ਅਲੱਗ ਤਰੀਕੇ ਦੀ SOP ਬਣਾਈ ਸੀ। ਇਹ ਸਭ ਤੋਂ ਛੋਟੀ ਜੀ ਸੀਗੀ, ਇਹੀ ਮੈਨੂੰ ਮਿਲੀ, ਮੇਰੇ ਕੰਪਿਊਟਰ 'ਚ ਇਹੀ ਪਈ ਸੀ। ਮੈਂ ਤੁਹਾਡੇ ਨਾਲ ਇਹੀ ਸ਼ੇਅਰ ਕਰ ਦੇਣਾ। ਇਹਨੂੰ ਬੜਾ ਕਾਪੀ ਨਾ ਕਰਿਓ ਕੁਛ ਵੀ, ਮਤਲਬ ਆਪਣੇ ਹਿਸਾਬ ਨਾਲ ਥੋੜਾ ਜਿਹਾ ਤੋਂ ਆਈਡੀਆ ਲੈ ਲਿਓ ਵੀ ਮੈਂ ਕਿਵੇਂ ਲਿਖੀ ਸੀਗੀ। ਸੋ ਇਹ SOP ਮੈਨੂੰ ਲੱਗਦਾ ਮੈਂ 2015 ਦੇ ਵਿੱਚ ਲਿਖੀ ਸੀ। ਸੋ ਮੈਂ ਬਹੁਤ ਹੀ ਸਾਲਾਂ ਬਾਅਦ ਇਹਨੂੰ ਪੜ੍ਹਨ ਜਾ ਰਿਹਾ ਵਾ। ਇਹ ਤਾਂ ਕਰਕੇ ਕਿਉਂਕਿ ਮੇਰੇ ਤੋਂ ਬਹੁਤ ਜਾਣੇ ਪੁੱਛਦੇ ਰਹਿੰਦੇ ਨੇ ਨਾ, ਮੈਂ ਹਰੇਕ ਨੂੰ ਇਕੱਲੇ ਨੂੰ ਭੇਜ ਦਿੰਦਾ। ਫਿਰ ਮੈਂ ਸੋਚਿਆ ਵੀ ਕਿਉਂ ਨਾ ਇੱਕ ਵੀਡੀਓ ਬਣਾ ਦਈਏ ਜਿੱਥੋਂ ਸਾਰੇ ਬੱਚੇ ਆਈਡੀਆ ਲੈ ਸਕਦੇ ਨੇ ਜਿਹੜੇ ਆਪ ਅਪਲਾਈ ਕਰਨਾ ਚਾਹੁੰਦੇ ਆ, ਜਾਂ ਜੇ ਤੁਸੀਂ ਏਜੰਟ ਵੀ ਕੀਤਾ ਹੈ ਨਾ, ਇੱਕ ਵਾਰੀ ਥੋੜਾ ਜਿਹਾ ਇਹਦੇ ਨਾਲ ਕੰਪੇਅਰ ਕਰ ਲਿਓ। ਅਗੇਨ ਇਹ ਸਿਰਫ ਯੂਨੀਵਰਸਿਟੀ ਨੂੰ ਜਿਹੜੀ ਮੈਂ SOP ਲਾਈ ਸੀਗੀ ਉਹ ਵਾਲੀ ਆ, ਇਹ ਵੀਜ਼ੇ ਵਾਲੀ ਨਹੀਂ ਹੈਗੀ। ਵੀਜ਼ੇ ਵਾਲੀ ਮੈਂ ਪਹਿਲਾਂ ਦੱਸਤੀ ਵੀ ਜਿਹਦੇ ਵਿੱਚ ਕੀ ਚੀਜ਼ਾਂ ਤੁਸੀਂ ਹੋਰ ਦੱਸਣੀਆਂ ਹੁੰਦੀਆਂ ਨੇ। ਇਹ ਹੈਗਾ ਵਾ ਜਿਵੇਂ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਆਪਾਂ ਜਿੱਥੇ ਐਡਮਿਸ਼ਨ ਲੈਣੀ ਆ, ਜਿਹੜੇ ਤਕੜੇ ਕਾਲਜਸ ਜਾਂ ਯੂਨੀਵਰਸਿਟੀ ਹੁੰਦੀ ਆ ਉਹ ਹਿਸਾਬ ਨਾਲ ਲਿਖੀ ਹੋਈ ਆ। ਸੋ ਮੈਂ ਵੀ ਤੁਹਾਡੇ ਨਾਲ ਹੀ ਪੜ੍ਹਦਾ ਵਾ ਜੀ। ਇਹ ਹੈਗੀ ਇਹ ਮੈਂ ਨਹੀਂ ਕਹਿੰਦਾ ਵੀ ਸੁਪਰ ਘੈਂਟ ਆ। ਸੋ ਪੜ੍ਹਦੇ ਹਾਂ ਸਟੇਟਮੈਂਟ ਆਫ ਇੰਟਰਸਟ, ਤੇ ਮੈਂ ਇਹਦੇ ਵਿੱਚ ਦੱਸ ਰਿਹਾ ਆਪਣੇ ਫਿਊਚਰ ਕੈਰੀਅਰ ਗੋਲਸ। ਆਫਟਰ ਸਕਰੂਟਨਾਈਜ਼ਿੰਗ ਮਾਈ ਇੰਟਰਸਟ, ਪਾਸਟ ਐਕਸਪੀਰੀਅੰਸ, ਵਰਕ ਐਕਸਪੀਰੀਅੰਸ ਐਂਡ ਫਾਈਨਲ ਐਂਬਿਸ਼ਨ। ਮੈਂ ਦੱਸਤਾ ਵੀ ਮੈਂ ਸਾਰਾ ਕੁਝ ਪੁਰਾਣਾ ਆਪਣਾ ਜਿਵੇਂ ਮੇਰਾ ਜੀਵਨ ਲੰਘਿਆ ਵਾ ਤਾਂ ਮੈਂ ਅੱਗੇ ਕੀ ਕਰਨਾ ਚਾਹੁੰਦਾ, ਸਾਰਾ ਕੁਝ ਸੋਚ ਕੇ ਨਾ ਮੈਂ ਸੋਚਿਆ ਵੀ ਮੈਂ ਤੁਹਾਡੀ ਇਹ ਯੂਨੀਵਰਸਿਟੀ ਦੇ ਵਿੱਚ ਆਹ ਵਾਲੇ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨਾ, ਇੰਟਰਨੈਟਵਰਕਿੰਗ ਪ੍ਰੋਗਰਾਮ। ਕਿਉਂ ਕਰਨਾ ਵਾ? ਕਿਉਂਕਿ ਮੈਂ ਆਪਣੇ ਜਿਹੜੇ ਪ੍ਰੋਫੈਸ਼ਨਲ ਆਪਸ਼ਨਸ ਨੇ ਮੈਂ ਹੋਰ ਖੋਲ੍ਹਣਾ ਚਾਹੁੰਦਾ, ਮੈਂ ਹੋਰ ਵੀ ਜਗ੍ਹਾਵਾਂ 'ਤੇ ਵਧੀਆ ਜੋਬ ਆਪਣੀ ਲੈਣੀ ਚਾਹੁੰਦਾ ਵਾ। ਮਾਈ ਹੰਗਰ ਟੂ ਡਿਸਕਵਰ ਮੋਰ ਔਨ ਕੰਪਿਊਟਰ ਨੈਟਵਰਕ ਇਜ਼ ਆਲਸੋ ਦਾ ਰੀਜ਼ਨ ਟੂ ਹਾਇਰ ਅਪ ਦਾ ਲੈਡਰ ਇਨ ਦਾ ਨੈਟਵਰਕਿੰਗ ਸਟਰੀਮ। ਸੋ ਮੈਂ ਉਹਦੇ ਬਾਰੇ ਗੱਲਾਂ ਕਰ ਰਿਹਾ ਜਿੱਦਾਂ ਮੈਂ ਫਿਰ ਉਹ ਤੋਂ ਬਾਅਦ ਜਿਹੜੀ ਮੈਂ ਫੈਕਲਟੀ ਨੂੰ ਚਿੱਠੀ ਲਿਖ ਰਿਹਾ ਵਾ ਇੱਕ ਤਰੀਕੇ ਦੀ, ਦਾ ਫੈਕਲਟੀ ਐਂਡ ਲੈਬਸ ਆਫ ਡਲਹੌਜ਼ੀ ਯੂਨੀਵਰਸਿਟੀ are certain among the best in the world. Education at your university will equip me to keep pace with the technology. So ਮੈਂ ਯੂਨੀਵਰਸਿਟੀਆਂ ਸਿਫਤਾਂ ਕਰ ਰਿਹਾ ਵਾ ਵੀ ਮੈਂ ਉਰੇ ਕਾਹਤੇ ਪੜ੍ਹਨਾ ਚਾਹੁੰਦਾ ਵਾ, ਹੈ ਨਾ। ਫਿਰ ਮੈਂ ਉਰੇ ਕਲੀਅਰ ਕਰ ਦਿੰਦਾ ਵੀ ਮੈਂ ਕਿਹਦੇ ਵਿੱਚ ਅਪਲਾਈ ਕਰਨਾ। ਮੈਂ ਉਰੇ ਫਿਰ ਦੱਸਦਾ ਵੀ ਆਈ ਐਮ ਅਪਲਾਈing to ਡਲਹੌਜ਼ੀ ਯੂਨੀਵਰਸਿਟੀ ਟੂ ਐਕਸਪਲੋਰ ਫਰਦਰ ਇਨ ਦਾ ਫੀਲਡ ਆਫ ਨੈਟਵਰਕਿੰਗ। ਇਹ SOP ਮਤਲਬ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੇ ਸਾਰੀਆਂ ਨੇ ਖੁਸ਼ ਹੋ ਕੇ ਐਕਸੈਪਟ ਕੀਤੀ ਸੀਗੀ। ਆਹ ਯੂਨੀਵਰਸਿਟੀ ਨੇ ਵੀ ਐਕਸੈਪਟ ਕਰ ਲਈ ਸੀ, ਪਰ ਮੈਂ ਉਰੇ ਗਿਆ ਨਹੀਂ ਸੀਗਾ ਕਿਉਂਕਿ ਇਹ ਹੈਲੀਫੈਕਸ ਉੱਧਰ ਯੂਨੀਵਰਸਿਟੀ ਪੈ ਜਾਂਦੀ ਆ, ਤਾਂ ਪਰ ਮੇਰੀ ਰਾਇਸੈਂਟ ਐਡਮਿਸ਼ਨ ਹੋ ਗਈ ਸੀ, ਸੋ ਮੈਂ ਉੱਥੇ ਚਲੀ ਗਿਆ ਸੀਗਾ। ਸੋ ਪਹਿਲੇ ਪੈਰੇ 'ਚ ਆਪਾਂ ਦੱਸਤਾ ਵੀ ਕੀ ਹਿਸਾਬ ਕਿਤਾਬ ਆ, ਮੈਂ ਕਿਹਦੇ ਵਿੱਚ ਐਡਮਿਸ਼ਨ ਲੈਣੀ ਆ, ਕਾਹਤੇ ਲੈਣੀ ਆ। ਉਸ ਤੋਂ ਬਾਅਦ ਆਹ ਵਾਲਾ ਜਿਹੜਾ ਸਾਰਾ ਪੈਰਾ ਵਾ ਇਹਦੇ ਵਿੱਚ ਮੈਂ ਆਪਣੀ ਐਜੂਕੇਸ਼ਨ ਦੱਸੂਗਾ। ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਆਈ ਹੈਵ ਐਕਸੈਲਡ ਇਨ ਅਕੈਡਮਿਕ ਰਾਈਟ। ਮੈਂ ਕਿਹਾ ਬਾਹਲਾ ਪੜ੍ਹਦਾ ਹੁੰਦਾ ਸੀ, ਵਧੀਆ ਸੀਗਾ। 12ਵੀਂ ਦੇ ਵਿੱਚ ਮੈਂ ਕਿਹਾ ਮੇਰੇ 98% ਮਾਰਕਸ ਆਏ ਸੀ ਮੈਥ ਦੇ ਵਿੱਚੋਂ, ਅਤੇ ਮੈਂ ਸਟੇਟ ਮੈਰਿਟ ਲਿਸਟ 'ਚ ਮੇਰਾ ਨਾਮ ਸੀਗਾ। ਉਸ ਤੋਂ ਬਾਅਦ ਮੈਂ ਕਿਹਾ ਵੀ ਮੈਂ GNE ਦੇ ਵਿੱਚ ਫਿਰ ਕੰਪਿਊਟਰ ਸਾਇੰਸ ਪੜ੍ਹਨ ਲੱਗ ਗਿਆ, ਉੱਥੇ ਮੈਂ ਆਪਣੀ ਬੈਚਲਰ ਡਿਗਰੀ ਕੀਤੀ। ਫਿਰ ਨਾ ਆਹ ਚੀਜ਼ ਬਹੁਤ ਜ਼ਰੂਰੀ ਆ, ਜਦੋਂ ਵੀ ਤੁਸੀਂ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰਦੇ ਹੋ ਜਾਂ ਸਪੈਸ਼ਲੀ ਕਾਲਜਸ ਦੇ ਵਿੱਚ ਵੀ ਪੋਸਟ ਗ੍ਰੈਜੂਏਟ ਸਟੱਡੀ ਵਾਸਤੇ ਜਾਂ ਨਾ ਕੁਛ ਵੀ, ਤਾਂ ਕੋਰਸਿਸ ਜ਼ਰੂਰ ਮੈਂਸ਼ਨ ਕਰਿਆ ਕਰੋ। ਉਹਦੇ ਨਾਲ ਜਿਹੜਾ ਵੀ ਪ੍ਰੋਫੈਸਰ ਜਾਂ ਜਿਹੜਾ ਵੀ ਸਟਾਫ ਤੁਹਾਡੀ ਇਹ ਚਿੱਠੀ ਪੜ੍ਹ ਰਹੇ ਉਹਨੂੰ ਯਾਰ ਲੱਗਦਾ ਵੀ ਹਾਂ ਯਾਰ ਆਹ ਉਹੀ ਸਬਜੈਕਟ ਹੋਣੇ ਚਾਹੀਦੇ ਨੇ ਬੇਸਿਕਲੀ ਜਿਹੜੇ ਤੁਸੀਂ ਅੱਗੇ ਜਾ ਕੇ ਪੜ੍ਹਨੇ ਨੇ। ਸੋ ਮੈਂ ਉਹੀ ਕੋਰਸ ਚੁਣੇ ਉਰੇ। ਹੋਰ ਮੈਂ ਬਹੁਤ ਕੋਰਸ ਪੜ੍ਹੇ ਸੀਗੇ ਨਾ ਡਿਗਰੀ ਦੇ ਵਿੱਚ। ਮੈਂ ਕਿਹਾ ਡੇਟਾ ਕਮਿਊਨੀਕੇਸ਼ਨ, ATM ਅਤੇ ਕੰਪਿਊਟਰ ਨੈਟਵਰਕਸ ਮੈਨੂੰ ਬਹੁਤ ਹੀ ਵਧੀਆ ਲੱਗੇ। ਫਿਰ ਮੈਂ ਉਹਨਾਂ ਨੂੰ ਦੱਸਦਾ ਮੇਰਾ ਕੰਪਿਊਟਰ ਨੈਟਵਰਕਿੰਗ, ਮਤਲਬ ਮੈਂ ਨੈਟਵਰਕਿੰਗ ਵਰਡ ਵਾਰ ਯੂਜ਼ ਕਰਨਾ ਕਿਉਂਕਿ ਮੇਰਾ ਕੋਰਸ ਇੰਟਰਨੈਟਵਰਕਿੰਗ ਦਾ ਵਾ। ਇਹ ਮੈਂ ਹਰੇਕ ਯੂਨੀਵਰਸਿਟੀ ਵਾਸਤੇ ਜਿਹੜਾ ਵੀ ਕੋਰਸ ਸੀਗਾ ਨਾ ਜਿੱਥੇ ਮੈਂ ਅਪਲਾਈ ਕੀਤਾ, ਵੈਸੇ ਮੈਂ ਨੈਟਵਰਕਿੰਗ 'ਚ ਹੀ ਸਾਰਿਆਂ ਨੂੰ ਅਪਲਾਈ ਕੀਤਾ ਸੀਗਾ, ਉਸ ਹਿਸਾਬ ਨਾਲ ਮੈਂ ਆਪਣਾ ਜਿਹੜਾ SOP ਸੀਗਾ ਉਹ ਮੋਡੀਫਾਈ ਕੀਤਾ। ਇੱਕ ਹੋਰ ਤੁਸੀਂ ਉਰੇ ਵਧੀਆ ਕੰਮ ਕਰ ਸਕਦੇ ਹੋ, ਤੁਸੀਂ ਜਿਹੜੇ ਪ੍ਰੋਫੈਸਰ ਤੋਂ, ਜੇ ਤੁਸੀਂ MSc ਕਰਨੀ ਆ ਹੈ ਨਾ, ਮਤਲਬ ਥੀਸਿਸ ਵਾਲੀ ਹੁੰਦੀ ਆ ਜਿਹੜੀ, ਤਾਂ ਪ੍ਰੋਫੈਸਰ ਦਾ ਨਾਮ ਵੀ ਜ਼ਰੂਰ ਲਿਖ ਸਕਦੇ ਹੋ ਵੀ ਮੈਂ ਆਹ ਪ੍ਰੋਫੈਸਰ ਤੋਂ ਆਹ ਵਾਲਾ ਕੋਰਸ ਪੜ੍ਹਨਾ ਚਾਹੁੰਦਾ ਕਿਉਂਕਿ ਉਹ ਬਹੁਤ ਹੀ ਮੈਨੂੰ ਘੈਂਟ ਲੱਗਦਾ ਵਾ ਨਾ। ਚਲੋ ਮੈਂ ਉਰੇ ਦੇਖੋ ਫਿਰ ਮੈਂ ਕਿਹਾ ਵੀ ਮੇਰਾ ਇੰਟਰਸਟ ਕਾਹਦੇ ਵਿੱਚ ਆ। ਮੈਂ ਕਿਹਾ ਰਾਊਟਿੰਗ ਸਵਿਚਿੰਗ ਇਹਦੇ ਵਿੱਚ ਮੇਰਾ ਇੰਟਰਸਟ ਆ। ਫਿਰ ਮੈਂ ਫਿਰ ਦੱਸਿਆ ਆਪਣੀ ਐਜੂਕੇਸ਼ਨ ਨੂੰ ਅੱਗੇ ਦੱਸਿਆ। ਮੈਂ ਕਿਹਾ ਮੈਂ ਫਰੇਮ ਰੀਲੇ ਇੰਪਲੀਮੈਂਟੇਸ਼ਨ ਆਹ ਵਾਲਾ ਪ੍ਰੋਜੈਕਟ ਬਣਾਇਆ ਸੀਗਾ ਹੈ ਨਾ GNS ਦੇ ਵਿੱਚ, ਜਿਹੜਾ ਮੇਰਾ ਕਾਲਜ ਦਾ ਪ੍ਰੋਜੈਕਟ ਸੀਗਾ। ਫਿਰ ਮੈਂ ਕਿਹਾ ਮੇਰਾ ਜਿਹੜਾ ਫਾਈਨਲ ਮੇਜਰ ਈਅਰ ਪ੍ਰੋਜੈਕਟ ਸੀਗਾ ਉਹ ਕੈਂਪਸ ਨੈਟਵਰਕ ਦਾ ਸੀਗਾ ਹੈ ਨਾ, ਅਤੇ ਮੇਰੇ ਇੰਨੇ % ਨੰਬਰ ਆਏ ਸੀ, ਸਭ ਤੋਂ ਹਾਈਐਸਟ ਮਾਰਕਸ ਆਏ ਸੀ ਮੈਂ ਕਿਹਾ ਮੇਰੇ ਕਾਲਜ ਦੇ ਵਿੱਚ। ਹੁਣ ਆਹ ਚੀਜ਼ਾਂ ਨੇ ਜਿਹੜੀਆਂ ਸੋ ਮੈਂ ਆਪਣੀ ਦੂਜੇ ਪੈਰੇ 'ਚ ਐਜੂਕੇਸ਼ਨ ਦੱਸਤੀ। ਮੈਂ ਉਹਨਾਂ ਨੂੰ ਦੱਸਦਾ ਮੈਂ ਤਾਂ ਬਾਹਲਾ ਘੈਂਟ ਆ, ਆਹ ਕੋਰਸ ਕੀਤੇ ਨੇ, ਮੈਂ ਐਵੇਂ ਪੜ੍ਹਨਾ ਚਾਹੁੰਦਾ ਅੱਗੇ। ਹੁਣ ਆ ਗਿਆ ਜੀ ਤੀਜਾ ਪੈਰਾ, ਮੈਂ ਇੰਡੀਆ ਦੇ ਵਿੱਚ ਕੰਮ ਵੀ ਕੀਤਾ। ਫਿਰ ਮੈਂ ਉਹਨਾਂ ਨੂੰ ਉਹ ਦੱਸਿਆ, ਮੈਂ ਕਿਹਾ ਮੈਂ TCS ਦੇ ਵਿੱਚ ਕੰਮ ਕਰਦਾ ਹੁੰਦਾ ਸੀਗਾ, ਲੀਡਿੰਗ IT ਕੰਪਨੀ ਆ, ਮੈਂ ਨੈਟਵਰਕ ਐਡਮਿਨ ਸੀਗਾ, ਉੱਥੇ ਕੰਮ ਕਰਦਾ ਸੀਗਾ। ਮੇਰੀਆਂ ਰਿਸਪੋਂਸੀਬਿਲਿਟੀਜ਼ ਕੀ ਸੀਗੀਆਂ, ਆਹ ਮੈਂ ਉਰੇ ਹੋਮ ਡੀਪੋ ਪ੍ਰੋਜੈਕਟ ਪਾਤਾ ਕਿਉਂਕਿ ਹੋਮ ਡੀਪੋ ਦਾ ਇਹਨਾਂ ਨੂੰ ਪਤਾ ਵਾ ਉਰੇ ਕੈਨੇਡਾ ਦੇ ਵਿੱਚ ਹੈ ਨਾ, ਕਿਉਂਕਿ ਮੈਂ ਇਹਨਾਂ ਵਾਸਤੇ ਕੰਮ ਕਰਦਾ ਸੀਗਾ ਇੰਡੀਆ 'ਚੋਂ। ਮੈਂ ਆਪਣੀ ਜੋਬ ਬਾਰੇ ਥੋੜ੍ਹਾ ਜਿਹਾ ਦੱਸਿਆ। ਫਿਰ ਮੈਂ ਦੱਸਿਆ ਵੀ ਮੈਂ ਜੋਬ ਦੇ ਨਾਲ ਨੈਟਵਰਕਿੰਗ ਦੀਆਂ ਸਰਟੀਫਿਕੇਸ਼ਨਸ ਵੀ ਕਰ ਲਈਆਂ ਨੇ। ਮੈਂ CCNA ਕਰ ਲਈ, CCNPA ਦੇ 3 ਪੇਪਰ ਹੁੰਦੇ ਨੇ ਉਹ ਵੀ ਕਰ ਲਈ, ਅਤੇ ਇੱਕ ITIL ਦਾ ਐਗਜ਼ਾਮ ਹੁੰਦਾ। ਮੈਂ ਕਿਹਾ ਮੈਂ ਇਹ ਵੀ ਨਾਲ ਕਰ ਲਿਆ। ਮੈਂ ਕਿਹਾ ਜਦੋਂ ਮੈਂ TCS ਦੇ ਵਿੱਚ ਪੜ੍ਹ ਰਿਹਾ
ਮੈਂ 4 ਡਿਫਰੈਂਟ ਕਲਚਰ 4 ਡਿਫਰੈਂਟ ਸਟੇਟਸ ਦੇ ਲੋਕਾਂ ਨੂੰ ਮਿਲ ਚੁੱਕਿਆ ਵਾਂ। ਇਹ ਚੀਜ਼ ਮੈਂ ਤਾਂ ਲਿਖੀ ਵੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਮੈਂ ਕੈਨੇਡਾ ਆ ਕੇ ਵਧੀਆ ਤਰੀਕੇ ਨਾਲ ਸਾਰਿਆਂ ਨਾਲ ਮਿਕਸ ਹੋ ਸਕਦਾ। ਮਿਕਸ ਕਮਿਊਨਿਟੀ ਦੇ ਵਿੱਚ ਮੈਨੂੰ ਪੜ੍ਹਨ ਨਾਲ ਕੋਈ ਦਿੱਕਤ ਨਹੀਂ ਹੈਗੀ ਹੈ ਨਾ। ਮੈਂ ਕਿਹਾ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖ ਲਿਆ। ਆਈ ਬਲੀਵ ਦਿਸ ਐਕਸਪੀਰੀਅੰਸ ਵਿਲ ਹੈਲਪ ਮੀ ਟੂ ਅਡੈਪਟ ਡਾਈਵਰਸ ਕਲਚਰ ਐਟ ਯੂਰ ਯੂਨੀਵਰਸਿਟੀ। ਹੁਣ ਤੱਕ ਮੇਰੀ ਇੰਟਰੋਡਕਸ਼ਨ ਬੇਸਿਕਲੀ ਕਵਰ ਹੋ ਗਈ। ਮੈਂ ਉਹਨਾਂ ਦੀ ਯੂਨੀਵਰਸਿਟੀ 'ਚ ਕਾਹਤੇ ਲੱਗਣਾ, ਮੈਂ ਕੀ ਪੜ੍ਹਾਈ ਕੀਤੀ ਆ, ਮੇਰਾ ਕੀ ਵਰਕ ਐਕਸਪੀਰੀਅੰਸ ਹੈ। ਹਰੇਕ ਬੰਦੇ ਤੋਂ ਬੰਦਾ ਕੰਮ ਇਹ ਡਿਫਰੈਂਟ ਹੋਊਗਾ। ਜੇ ਤੁਹਾਡਾ ਵਰਕ ਐਕਸਪੀਰੀਅੰਸ ਘੱਟ ਆ ਤਾਂ ਤੁਸੀਂ ਜਿਹੜਾ ਆਪਣਾ ਕਾਲਜ ਦਾ ਪ੍ਰੋਜੈਕਟ ਆ ਜਾਂ ਆਪਣੀ ਤੁਸੀਂ ਕੋਈ ਇੰਟਰਨਸ਼ਿਪ ਕੀਤੀ ਹੋਈ ਆ ਉਹਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਲਿਖ ਸਕਦੇ ਹੋ। ਉਸ ਤੋਂ ਬਾਅਦ ਮੈਂ ਆਪਣੇ ਸ਼ਾਰਟ ਟਰਮ ਗੋਲ ਅਤੇ ਲੌਂਗ ਟਰਮ ਗੋਲ ਲਿਖੇ। ਮੈਂ ਕਿਹਾ ਵੀ ਮੈਂ ਸ਼ਾਰਟ ਟਰਮ ਗੋਲ ਕੀ ਨੇ, ਮੈਂ ਕਿਹਾ ਮੈਂ ਆਪਣੀ ਨੌਲੇਜ ਵਧਾਉਣਾ ਚਾਹੁੰਦਾ ਵਾ ਕੰਪਿਊਟਰ ਨੈਟਵਰਕਸ ਹੈ ਨਾ ਫੀਲਡ ਦੇ ਵਿੱਚ। ਅਤੇ ਉਸ ਤੋਂ ਬਾਅਦ ਬਸ ਆਹੀ ਮੈਂ ਆਪਣੇ ਗੋਲਸ ਬਾਰੇ ਲਿਖਿਆ। ਫਿਰ ਮੈਂ ਦੱਸਿਆ ਵੀ ਮੈਂ ਅੱਗੇ ਕੀ ਕਰਨਾ ਚਾਹੁੰਦਾ। ਸੋ ਮੈਂ ਉਰੇ ਦੱਸਿਆ ਸੀ ਮੈਂ CCNA ਕਰ ਲਈ, CCNP ਕਰ ਲਈ, ਮੈਂ ਅੱਗੇ CCIE ਕਰਨਾ ਚਾਹੁੰਦਾ ਵਾ ਹੈ ਨਾ, ਰਾਊਟਿੰਗ ਐਂਡ ਸਵਿਚਿੰਗ ਅਤੇ ਵਾਇਰਲੈਸ ਦੇ ਵਿੱਚ। ਇਹ ਬੇਸਿਕਲੀ ਸਰਟੀਫਿਕੇਸ਼ਨਸ ਨੇ, ਹਾਈਐਸਟ ਲੈਵਲ ਦੀ ਸਰਟੀਫਿਕੇਸ਼ਨ ਆ ਜਾਂਦੀ ਹੈ ਨੈਟਵਰਕਿੰਗ ਦੇ ਵਿੱਚ। ਮੈਂ ਕਿਹਾ ਮੈਂ ਆਹ ਕੋਰਸ ਦੇ ਨਾਲ ਨਾਲ ਨਾ ਆਹ ਵੀ ਕਰਨਾ ਚਾਹੁੰਦਾ ਵਾ। ਉਸ ਤੋਂ ਬਾਅਦ ਮੈਂ ਕਿਹਾ ਵੀ ਮੈਂ ਜਦੋਂ ਮੇਰਾ ਕੋਰਸ ਕੰਪਲੀਟ ਹੋ ਗਿਆ ਫਿਰ ਮੈਂ ਕੁਝ ਸਾਲ ਇੰਡਸਟਰੀਅਲ ਐਕਸਪੀਰੀਅੰਸ ਗੇਨ ਕਰਨਾ ਚਾਹੁੰਦਾ ਵਾ ਨੈਟਵਰਕਿੰਗ ਕੰਪਨੀਜ਼ ਦੇ ਵਿੱਚ ਹੈ ਨਾ, ਤਾਂ ਕਿ ਮੈਂ ਕਿਤੇ ਵੀ ਕੰਮ ਕਰ ਸਕਾਂ। ਇੱਦਾਂ ਦਾ ਲਿਖਿਆ ਹੋਇਆ ਵਾ। ਫਿਰ ਮੈਂ ਲਿਖਿਆ ਮਾਈ ਲੌਂਗ ਟਰਮ ਗੋਲ ਇਜ਼ ਟੂ ਬਿਕਮ ਅ ਨੈਟਵਰਕ ਆਰਕੀਟੈਕਟ and deliver technology-driven business solutions for global organizations to meet their strategic objectives। तो मैं उरे सारे को ਦੱਸਤਾ ਵੀ ਮੇਰਾ ਲੌਂਗ ਟਰਮ ਗੋਲ ਕੀ ਆ, ਸ਼ਾਰਟ ਟਰਮ ਗੋਲ ਕੀ ਆ। ਇਹ ਮੈਂ ਕਹਿ ਰਿਹਾ ਵੀ SOP ਬੈਸਟ ਨਹੀਂ ਹੈਗੀ। ਮੈਨੂੰ ਲੱਗਦਾ ਮੈਂ ਰਾਜਸਥਾਨ ਯੂਨੀਵਰਸਿਟੀ ਦੇ ਵਿੱਚ ਲਿਖੀ ਸੀ ਉਹ ਮੈਂ ਵੱਡੀ ਲਿਖੀ ਸੀ, ਕਿਉਂਕਿ ਕੋਈ ਯੂਨੀਵਰਸਿਟੀ ਰਿਕੁਆਇਰਮੈਂਟ 'ਚ ਇਹ ਵੀ ਲਿਖ ਦਿੰਦੀ ਆ ਵੀ ਤੁਸੀਂ SOP ਦੇ ਵਿੱਚ ਕੀ ਲਿਖਣਾ ਵਾ ਹੈ ਨਾ। ਕੋਈ ਕਹਿੰਦਾ SOP ਦੇ ਵਿੱਚ ਤੁਸੀਂ ਐਜੂਕੇਸ਼ਨ ਲਿਖੋ, ਆਹ ਲਿਖੋ ਹੈ ਨਾ। ਹੁਣ ਜਿਵੇਂ ਆਹ ਚੀਜ਼ ਹੈ ਨਾ, ਉੱਪਰ ਲਿਖਿਆ ਮੇਰਾ ਸਟੇਟਮੈਂਟ ਆਫ ਇੰਟਰਸਟ ਐਂਡ ਫਿਊਚਰ ਕਰੀਅਰ ਗੋਲਸ, ਇਹਨਾਂ ਦੀ SOP ਨੇ ਮੰਗੇ ਹੋਣੇ ਆ ਫਿਊਚਰ ਕਰੀਅਰ ਗੋਲਸ। ਨਹੀਂ ਮੈਂ ਇਕੱਲਾ ਆਹੀ ਹੈ ਹੈਡਿੰਗ ਦੇਣੀ ਸੀ, ਬਾਕੀ ਮੈਨੂੰ ਯਾਦ ਨਹੀਂ ਹੈਗਾ। ਠੀਕ ਆ। ਸੋ ਉਸ ਤੋਂ ਬਾਅਦ ਐਂਡਿੰਗ ਕਰ ਰਿਹਾ ਮੈਂ ਸਿੰਪਲ। I feel that graduate study at your university will be the most logical extension of my academic pursuits and a major step towards achieving my objectives. With the passion and required experience, I believe I am ready to take the challenges of graduate study. I am looking forward to a part of। मैं उन्होंने सारा कुछ दसता भी मैं ਤੇ ਮੇਰੀ ਇਹ ਸਾਰੇ ਕਿਤੇ ਮੇਰੀ SOP ਐਕਸੈਪਟ ਹੋ ਗਈ ਸੀ। ਆਹ ਹੀ ਸਭ ਤੋਂ ਸਿੰਪਲ SOP ਸੀਗੀ। ਮੇਰੇ ਕੋਲ ਇਹ ਤੋਂ ਬੜੀਆਂ ਲਿਖੀਆਂ ਸੀ, ਮੈਨੂੰ ਪਤਾ 2 ਪੇਜਾਂ ਦੇ ਐਂਡ ਤੱਕ ਸੀਗੀਆਂ। ਹਰੇਕ ਯੂਨੀਵਰਸਿਟੀ ਇਹ ਵੀ ਲਿਖ ਦਿੰਦੀ ਆ ਭਾਈ 1000 ਵਰਡ ਤੋਂ ਵੱਧ ਨਹੀਂ ਹੋਣੇ ਚਾਹੀਦੇ ਨਾ। ਹਰੇਕ ਯੂਨੀਵਰਸਿਟੀ ਦੀ ਯਾਰ ਅਲੱਗ-ਅਲੱਗ ਰਿਕੁਆਇਰਮੈਂਟ ਆ, ਪਰ ਮੈਂ ਫਿਰ ਵੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਨਾ। ਸੋ ਤੁਸੀਂ ਆਪਣਾ ਹੁਣ ਚਾਹੇ ਆਹ ਦੇਖੋ, ਇਹਦਾ ਮੈਂ 2 ਪੈਰੇ ਪਾਤੇ, ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਸੈੱਟ ਕਰਤਾ ਤੁਸੀਂ, ਇਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਅਤੇ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ। ਇਹਦੇ ਵਿੱਚ ਕੀ ਆ ਵੀ ਜਦੋਂ ਤੁਸੀਂ ਇਨ ਫਿਊਚਰ ਚਾਹੇ ਤੁਸੀਂ ਆਪਣੀ ਦੂਜੀ ਸਟੂਡੈਂਟ ਵੀਜ਼ੇ ਵਾਲੀ ਫਾਈਲ ਲੈਣੀ ਹੈ, ਇਹਦੇ ਵਿੱਚ ਤੁਸੀਂ ਚੀਜ਼ਾਂ ਚੱਕ ਕੇ ਆਪਣੇ ਵੇ ਨਾਲ ਉਹਨੂੰ ਘੁਮਾ ਫਿਰਾ ਕੇ ਤੁਸੀਂ ਲਿਖ ਸਕਦੇ ਹੋ, ਕਿਉਂਕਿ ਮੇਰੀਆਂ ਵੀ ਕਿਤੋਂ ਨਾ ਕਿਤੋਂ ਚੱਕੀਆਂ ਹੋਈਆਂ ਨੇ। ਜਿਸ ਹਿਸਾਬ ਨਾਲ ਮੈਂ ਪੜ੍ਹ ਰਿਹਾ ਉਰੇ, ਜਿਸ ਤਰੀਕੇ ਦੀ ਸਟਰਕਚਰ ਮੇਰੀ ਯੂਜ਼ ਕੀਤੀ ਹੈ ਸੈਂਟੈਂਸਿਸ ਦੇ ਵਿੱਚ, ਇਹ ਮੇਰੀ ਨਹੀਂ ਹੈਗੀ, ਕਿਉਂਕਿ ਆਪਣੀ ਤਾਂ ਸਿੰਪਲ ਪਲੇਨ ਇੰਗਲਿਸ਼। ਇਹ ਮੈਂ ਵੀ ਕਦੋਂ ਕਿਸੇ ਦੀ SOP ਚੱਕੀ। ਨੈੱਟ ਦੇ ਉੱਤੇ ਬਹੁਤ SOPs ਅਵੇਲੇਬਲ ਨੇ, ਤੁਸੀਂ ਕਰੋ ਆਪਣਾ ਏਜੰਟ ਹੀ ਇਹੋ ਜਿਹਾ ਕਰੋ ਜਿਹਤੇ ਤੁਸੀਂ ਟਰਸਟ ਕਰ ਸਕੋ। ਮੈਂ ਦੇਖਿਆ ਇੰਡੀਆ ਦੇ ਵਿੱਚ ਏਜੰਟਸ ਵੀ ਮੋਸਟਲੀ ਐਂ ਕਹਿ ਦਿੰਦੇ ਵੀ ਤੁਸੀਂ ਆਪਣੀ SOP ਦਾ ਜਿਹੜਾ ਪਹਿਲਾ ਵਰਜਨ ਉਹ ਤੁਸੀਂ ਸਾਨੂੰ ਲਿਖ ਕੇ ਦੇ ਦਿਓ, ਫਿਰ ਉਹ ਲਿਖ ਕੇ ਫਿਰ ਉਹਨੂੰ ਆਪਣੇ ਹਿਸਾਬ ਨਾਲ ਮੋਡੀਫਾਈ ਕਰਕੇ ਫਾਈਲ ਦੇ ਵਿੱਚ ਲਾ ਦਿੰਦੇ ਆ। ਬਹੁਤ ਹੀ ਕ੍ਰਿਟੀਕਲ ਡਾਕੂਮੈਂਟ ਆ ਜੀ ਇਹ। ਸੋ ਮੈਂ ਬਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ। ਅਤੇ ਮੈਂ ਤੁਹਾਨੂੰ ਐਂ ਵੀ ਕਹਿ ਸਕਦਾ ਹਾਂ ਵੀ ਆਹ ਏਜੰਟ ਤੋਂ ਫਾਈਲ ਲਵਾਇਓ, ਆਹ ਏਜੰਟ ਤੋਂ ਫਾਈਲ ਲਵਾਇਓ, ਪਰ ਆਪਾਂ ਉਹ ਕੰਮ ਨਹੀਂ ਕਰਦੇ ਹੈਗੇ। ਆਪਣਾ ਮੇਨ ਕੰਮ ਹੀ ਐਂ ਸੀਗਾ ਵੀ ਲੋਕਾਂ ਦੇ ਪੈਸੇ ਕਿਵੇਂ ਬਚਾਉਣੇ ਆ, ਲੋਕਾਂ ਨੂੰ ਐਜੂਕੇਸ਼ਨ ਕਿਵੇਂ ਦੇਣੀ ਆ ਹੈ ਨਾ। ਸੋ ਉਹ ਆਪਾਂ ਤੁਹਾਨੂੰ ਦੱਸਤਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂ 'ਚ ਕੋਈ ਕਮੀ ਪੇਸ਼ੀ ਹੋਈ ਨਾ, ਉਹ ਵੀ ਜ਼ਰੂਰ ਦੱਸਿਓ ਹੈ ਨਾ, ਕਿਉਂਕਿ ਇਹ 2015 ਦੀ ਮੇਰੀ ਲਿਖੀ ਹੋਈ ਆ ਅਤੇ ਸਾਰੀ ਯੂਨੀਵਰਸਿਟੀਆਂ ਨੇ ਕੈਨੇਡਾ ਵਾਲਿਆਂ ਨੇ ਹੱਸ ਕੇ ਐਕਸੈਪਟ ਕਰ ਲਈ ਸੀ। ਸੋ ਐਂਡ 'ਤੇ ਮੈਂ ਇਹੀ ਕਹਿਣਾ ਚਾਹੂੰਗਾ, ਜਦੋਂ ਤੁਹਾਡਾ ਏਜੰਟ ਫਾਈਲ ਆ ਰਿਹਾ, ਇੱਕ ਵਾਰੀ ਜਾ ਕੇ ਨਾ ਐਂਡ 'ਤੇ ਉਹਨੂੰ ਕਹਿੰਦੇ ਯਾਰ ਮੈਂ ਇੱਕ ਵਾਰੀ ਆਪਣੀ ਫਾਈਲ ਦੇਖਣੀ ਆ, ਉਹ 'ਚ ਦੇਖ ਲਓ ਵੀ ਸਾਰੀਆਂ ਚੀਜ਼ਾਂ ਸਹੀ ਨੇ, ਨਾਮ ਨੂੰ ਸਹੀ ਲਿਖੇ ਹੋਏ ਨੇ, SOP ਦੇ ਵਿੱਚ ਸਾਰੀਆਂ ਚੀਜ਼ਾਂ ਸਹੀ ਨੇ। SOP ਨੂੰ ਲਿਖਣ ਦੇ ਬਿਆਨਤੀ ਤਰੀਕੇ ਨੇ। ਤੁਹਾਡਾ ਕੋਈ ਸਪੈਸ਼ਲ ਤੁਸੀਂ ਅਚੀਵਮੈਂਟ ਕੀਤੀ ਹੈ, ਤੁਸੀਂ ਉਹ ਵੀ ਮੈਨਸ਼ਨ ਕਰ ਦੇ ਸਕਦੇ ਹੋ, ਪਰ ਮੋਸਟਲੀ ਉਹ ਚੀਜ਼ਾਂ ਕਰੋ ਵੀ ਜਿਹੜਾ ਤੁਸੀਂ ਕੋਰਸ ਦੇ ਵਿੱਚ ਪੜ੍ਹਨਾ ਉਹਦੇ ਪ੍ਰੋਫੈਸਰ ਕੀ ਪੜ੍ਹਾਉਂਦੇ ਨੇ, ਉਹ ਕੋਰਸ ਦੇ ਵਿੱਚ ਉਹ ਕਿਹੜੇ ਕੋਰਸਿਸ ਨੇ ਜਿਹੜੇ ਤੁਹਾਡੀ ਪੁਰਾਣੀ ਐਜੂਕੇਸ਼ਨ ਨਾਲ ਰੈਲੇਵੈਂਟ ਨੇ। ਜੇ ਤੁਹਾਡਾ ਗੈਪ ਆ ਤਾਂ ਉਹ ਗੈਪ ਕਾਹਤੇ ਸੀਗਾ, ਤੁਸੀਂ ਉਦੋਂ ਫਿਊਚਰ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ, ਉਹ ਗੱਲਾਂ ਬਹੁਤ ਹੀ ਕਲੀਅਰ ਲਿਖੋ। ਬਾਕੀ ਇਹੀ ਸੀਗੀ ਜੀ ਅੱਜ ਦੀ ਵੀਡੀਓ। ਹੋਪਫੁਲੀ ਤੁਹਾਨੂੰ ਵਧੀਆ ਲੱਗੀ ਹੋਊਗੀ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਸਾਰਿਆਂ ਨੂੰ ਲਵ ਯੂ, ਟੇਕ ਕੇਅਰ ਅਤੇ ਬਾਏ।